ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਮੇਰਾ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਦੇ ਸਚਿਤ ਆਨੰਦ ਪੂਰੀ ਵਿਸ਼ਨਤਾ ਸਾਹਿਬ ਪੁਰਸ਼ਾ ਸ੍ਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੇ ਸਪਾਕ ਸਮੇਂ ਬਖਸ਼ੇ ਨੇ, ਨਿਤਨੇਮ ਦੀਆਂ ਦਾਤਾਂ, ਸੰਗਤਾਂ ਦੇ ਦਰਸ਼ਨ ਮੇਲੇ, ਸਤਸੰਗਤ ਦੇ ਮਹਾਨ ਕੁੰਭ, ਮਾਲਕ ਦੇ ਬਖਸ਼ੇ ਹੋਏ ਉਦਮ ਦਾ ਸਦਕਾ ਸਾਨੂੰ ਪ੍ਰਾਪਤ ਹੋਏ ਆ। ਸੋ ਜੋ ਵੀ ਰੱਬ ਦੇ ਪਿਆਰੇ, ਖੁਦਾ ਦੇ, ਪਰਮੇਸ਼ਰ ਦੇ ਗੁਰਮੁਖ ਜਨ, ਤਤ ਬੇਤੇ, ਜੋ ਵੀ ਇਸ ਸਮੇਂ ਦਾ ਲਾਹਾ ਪ੍ਰਾਪਤ ਕਰ ਰਹੇ ਹੋ, ਸਭ ਧੰਨਤਾ ਦੇ ਯੋਗ ਹੋ। ਆਓ ਗੁਰੂ ਸਿੱਖ ਪਿਆਰਿਓ, ਦਾਤੇ ਦੀ ਕਿਰਪਾ ਦਾ ਸਦਕਾ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਪੌੜੀ ਦਰ ਪੌੜੀ, ਸਟੈਪ ਬਾਏ ਸਟੈਪ, ਕਿਹੜਾ ਰਾਗ ਮਹਾਰਾਜ ਨੇ ਅੱਗੇ ਲਿਖਿਆ, ਅੱਗੇ ਕਿਉਂ ਲਿਖਿਆ, ਭਾਵ ਕੀ ਹੈ, ਪਿੱਛੇ ਕੀ ਹੈ, ਸੈਂਟਰ ਦੇ ਵਿੱਚ ਕੀ ਹੈ, ਕਿਵੇਂ ਗਿਆਨ ਉਹਦੇ ਦੁਆਰਾ ਸਾਨੂੰ ਆਉਂਦਾ ਜਾਂਦਾ ਹੈ। ਪੌੜੀ ਦਰ ਪੌੜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਜਪਜੀ ਸਾਹਿਬ ਦੀ ਬਾਣੀ ਆਪਾਂ ਨੂੰ ਪਤਾ ਵੀ ਸਭ ਤੋਂ ਅੱਗੇ ਲਿਖੀ ਗਈ ਹੈ, ਪਰ ਇਹ ਬਾਣੀ ਮਹਾਰਾਜ ਨੇ ਉਚਾਰੀ ਸੀ 37.5 ਸਾਲ ਦੀ ਉਮਰ ਦੇ ਵਿੱਚ, ਗੁਰੂ ਨਾਨਕ ਦੇਵ ਮਹਾਰਾਜ, ਪਰ ਇਹ ਅੱਗੇ ਲਿਖੀ ਹੈ। ਕੋਈ ਭਾਵ ਹੈ, ਕਿਹੜੀ ਬਾਣੀ ਕਿੱਥੇ, ਕਿਹੜੀ ਕਿੱਥੇ, ਕਿਵੇਂ, ਕਿਹੜਾ ਸ਼ਬਦ ਅੱਗੇ, ਕਿਹੜਾ ਪਿੱਛੇ, ਦੂਰ ਦ੍ਰਿਸ਼ਟੀ ਦੁਆਰਾ, ਦੂਰ ਅੰਦੇਸੀ ਦੁਆਰਾ ਮਹਾਰਾਜ ਨੇ ਇਹ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ। ਸੋ ਆਓ ਗੁਰਮੁਖੋ, ਜਿੰਨਾ ਕੁ ਸਮਾਂ ਮਹਾਰਾਜ ਬਖਸ਼ਦੇ ਨੇ, ਸਮਾਂ ਥੋੜ੍ਹਾ ਹੁੰਦਾ, ਸਮੇਂ ਸਿਰ ਪਹੁੰਚਣ ਦੀ ਕੋਸ਼ਿਸ਼ ਕਰਿਆ ਕਰੋ। ਲੜੀਵਾਰ ਕਥਾ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੋਈ ਹੈ, ਸਮੇਂ ਦਾ ਲਾਹਾ ਲਈਏ। ਕੱਲ ਜੋ ਵਿਚਾਰਿਆ ਸੀ ਕਿ ਉਹ ਮਾਲਕ ਗੁਰਮੁਖ ਪਿਆਰਿਆਂ ਦਾ ਮੇਲ ਕਰਾਉਂਦਾ। ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਲੱਭਣਾ ਕੀਤਾ, ਬਾਣੀ ਵੀ ਲੱਭੀ। ਜਿਨ੍ਹਾਂ ਨੇ ਰੱਬ ਦੀ ਸਿਫਤ ਸਲਾਹ ਕੀਤੀ, ਭਗਤ ਸਾਹਿਬਾਨਾਂ ਨੇ, ਉਹਨਾਂ ਦੀ ਬਾਣੀ ਇਕੱਠੀ ਕੀਤੀ ਗੁਰੂ ਅਰਜਨ ਦੇਵ ਮਹਾਰਾਜ।
ਫਿਰ ਇਸ ਗੱਲ ਤੇ ਭਾਈ ਗੁਰਦਾਸ ਜੀ ਨੂੰ ਥੋੜਾ ਸੰਸਾ ਪੈਦਾ ਹੋ ਗਿਆ। ਫਿਰ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਤਸ਼ਾਹ ਜੀ ਨੇ ਭਗਤ ਸਾਹਿਬਾਨਾਂ ਦੇ ਦਰਸ਼ਨ ਕਰਾਏ। ਦੇਖੋ ਕਿਤੇ ਕਿਤੇ ਕੋਈ ਕਿੱਥੇ ਭਗਤ ਸਾਹਿਬਾਨ ਪ੍ਰਗਟ ਹੋਏ। ਕਿਹਦੀ ਬਾਣੀ ਕਿਤੇ ਪਈ, ਕਿਹਦੀ ਕਿਤੇ ਪਈ। ਰੂਹਾਂ ਮਿਲਦੀਆਂ ਨੇ, ਜੋਤ ਮਿਲਦੀ ਹੈ, ਫਿਰ ਕਿਤੇ ਜਾ ਕੇ ਇਹ ਗਿਆਨ ਉਹਨਾਂ ਨੂੰ ਇਕੱਠਾ ਹੁੰਦਾ ਇੱਕ ਦੂਜੇ ਦਾ। ਅੱਜ ਦੇ ਜਿਹੜੇ ਵਚਨ ਨੇ, ਮਹਾਰਾਜ ਕਹਿੰਦੇ ਤੁਝ ਜੇਵੜ ਅਵਰ ਨਾ ਭਾਲਿਆ, ਤੂੰ ਦੀਪ ਲੋ ਪਿਆਲਿਆ। ਕਹਿੰਦੇ ਐ ਮਹਾਰਾਜ ਜੀ, ਮੈਂ ਸਾਰੀ ਦੁਨੀਆ ਨੂੰ ਖੋਜ ਕੇ ਵੇਖਿਆ, ਪਰ ਤੇਰੇ ਜਿੱਡਾ ਭਾਵ ਤੁਹਾਡੇ ਵਰਗਾ ਹੋਰ ਕੋਈ ਨਹੀਂ। ਐਸਾ ਸਥਾਨ ਕੋਈ ਨਹੀਂ ਆ ਜੋ ਤੁਹਾਡੇ ਸਥਾਨ ਦੀ ਬਰਾਬਰੀ ਕਰ ਸਕੇ। ਤੂੰ ਦੀਪ ਲੋ ਪਿਆਲਿਆ। ਐ ਸੱਚੇ ਪਾਤਸ਼ਾਹ, ਤੂੰ 7 ਦੀਪਾਂ 14 ਲੋਕਾਂ 7 ਪਿਆਲਿਆਂ ਕੀ ਇਹ ਜੋ ਕਹਿੰਦੇ ਨੇ ਵੀ 7 ਪਤਾਲ ਨੇ ਕਿਹਾ ਜਾਂਦਾ ਹੈ, ਪਰ ਇੱਥੇ ਲੱਖੀ ਪਤਾਲ ਨੇ, ਲੱਖੀ ਆਕਾਸ਼। ਜੋ ਰੋਮ ਰੂਮ ਹੈ ਜਲ ਥਲ, ਮਹੀਲ ਪੂਰਿਆ ਰਵਿਆ ਵਿੱਚ ਬਣਾ। ਭਾਵ ਉਹ ਹੋਰ ਜਿੰਨੇ ਵੀ ਸਥਾਨ ਨੇ, ਜਿਨ੍ਹਾਂ ਦਾ ਹਿਰਦਾ ਗਰੀਬੀ ਨਿਮਰਤਾ ਵਾਲਾ ਹੋ ਗਿਆ, ਪਰਿਪੂਰਨ ਤਾਲਾਂ ਦੇ ਵਿੱਚ ਗਰੀਬੀ ਵਾਲਾ ਸੁਭਾਅ ਜਿਨ੍ਹਾਂ ਦਾ ਬਣ ਗਿਆ, ਨਿਮਰਤਾ ਵਾਲਾ ਜਿਨ੍ਹਾਂ ਦਾ ਹਿਰਦਾ, ਉਹਨਾਂ ਦੇ ਅੰਦਰ ਕਹਿੰਦੇ ਨਿਰਾਵਰਨ ਨਿਰਵਿਖੇਪ ਸ਼ਕਤੀ ਦੇ ਕੇ ਅਪਰੋਖ ਗਿਆਨ ਦੇ ਦੀਪ ਦੀਵੇ ਜਗਾ ਦਿੱਤੇ। ਮਹਾਰਾਜ ਨੇ ਪ੍ਰਕਾਸ਼ ਕਰ ਦਿੱਤਾ ਜੀ। ਜਿਹਦੇ ਅੰਦਰ ਗਿਆਨ ਦਾ ਦੀਵਾ ਹੈ, ਉਹਦੇ ਅੰਦਰ ਪ੍ਰਕਾਸ਼ ਹੈ। ਕਲਯੁਗ ਦਾ ਸਮਾਂ ਹੈ। ਇਹ ਸਮੇਂ ਦੇ ਵਿੱਚ ਕਿਸੇ ਨੂੰ ਜੀਵਨ ਦੀ ਸੋਝੀ ਆਉਂਦੀ ਆ, ਕਿਸੇ ਨੂੰ ਅਕਲੀ ਸਾਹਿਬ ਸੇਵੀ ਅਕਲੇ ਪਾਈਏ ਮਾਨ, ਕਿਸੇ ਨੂੰ ਮੱਤ ਆਉਂਦੀ ਹੈ, ਕਿਸੇ ਨੂੰ ਅਕਲ ਆਉਂਦੀ ਹੈ ਜੀ। ਨਹੀਂ ਬੰਦਾ ਇੱਦਾਂ ਹੀ ਨਰਕਾਂ ਭਰੀ ਜ਼ਿੰਦਗੀ ਜਿਉਂ ਕੇ ਤੁਰ ਜਾਂਦਾ। ਸਮਝ ਲਓ ਧਿਆਨ ਨਾਲ। ਹੁਣ ਸਭ ਤੋਂ ਪਿਆਰਾ ਸਾਨੂੰ ਸਾਡਾ ਕੀ ਹੈ ਜੀ? ਸਭ ਤੋਂ ਪਿਆਰਾ ਕੀ ਹੈ ਸਾਨੂੰ? ਸਾਡਾ ਸਰੀਰ ਹੈ ਨਾ। ਬਚਾਉਨੇ ਆ, ਸ਼ਿੰਗਾਰਦੇ ਆ, ਬੜਾ ਕੁਛ ਕਰਦੇ ਆ, ਪਰ ਜਦੋਂ ਬੰਦਾ ਇਸ ਸਰੀਰ ਦੇ ਨਾਲ ਗਲਤ ਕਰਮ ਕਰਦਾ, ਗਲਤ ਚੀਜ਼ਾਂ ਦੇ ਵਿੱਚ ਪਾਉਂਦਾ, ਹੰਡਾਉਂਦਾ, ਜੋ ਵੀ ਲਾਓ ਸਮਾਜਿਕ ਤੌਰ ਤੇ ਜੋ ਬੁਰਾਈਆਂ ਨੇ ਕਹੀਏ, ਕੋਈ ਬਚਾਵੇ ਵੀ ਆਹ ਚੀਜ਼ ਨਾ ਖਾਈ ਮਰ ਜਾਏਗਾ, ਉਹ ਲੁਕ ਕੇ ਫੇਰ ਖਾ ਲੇ, ਘਰਦਿਆਂ ਤੋਂ ਓਹਲੇ ਹੋ ਕੇ, ਫਿਰ ਕਸੂਰ ਕਿਹਦਾ ਹੋਇਆ? ਸਰੀਰ। ਜਿਹੜਾ ਬੰਦਾ ਖੁਦ ਦਾ ਧਿਆਨ ਨਹੀਂ ਰੱਖ ਸਕਦਾ, ਪਤਾ ਤਾਂ ਹੈ, ਪਰ ਜਦ ਜਾਣ ਚੱਲਦਾ ਫਾਇਦਾ ਕੀ ਹੋਇਆ? ਕਲ ਕਾਲਕ ਅੰਧਿਆਰੀਆ, ਗੁਰ ਗਿਆਨ ਦੀਪ ਕੋਝਿਆਰੀਆ। ਇਹ ਕਲਯੁਗ ਹੈ, ਅੰਧ ਘੋਰ ਮੱਚਿਆ ਹੋਇਆ ਆਲੇ ਦੁਆਲੇ, ਪਰ ਗੁਰ ਗਿਆਨ ਦੀਪ ਉਜਿਆਰੀਆ। ਗੁਰੂ ਦੇ ਗਿਆਨ ਦਾ ਦੀਵਾ ਜਿਹਦੇ ਕੋਲ ਹੈ, ਉਹਦੇ ਅੰਦਰ ਪ੍ਰਕਾਸ਼ ਹੈ। ਜਿਹਦੇ ਕੋਲ ਗਿਆਨ ਨਹੀਂ, ਹਨੇਰੇ 'ਚ ਫਿਰਦਾ। ਨਾਨਕ ਮਨਮੁਖ ਅੰਧ ਪਿਆਰ, ਵਾਜ ਗੁਰੂ ਡੁੱਬਾ ਸੰਸਾਰ। ਉਹ ਡੁੱਬ ਜਾਂਦਾ ਹੈ। ਮਹਾਰਾਜ ਕਹਿੰਦੇ ਅੰਦਰ ਅਪਰੋਖ ਗਿਆਨ ਦਾ ਦੀਵਾ ਜਿਹੜਾ ਹੈ, ਉਹ ਗੁਰੂ ਦੁਆਰਾ ਜੁਗਾ ਦਿੱਤਾ ਜਾਂਦਾ, ਪ੍ਰਕਾਸ਼ ਕੀਤਾ ਹੈ। ਇਉਂ ਨਿਮਰਤਾ ਵਾਲਿਆਂ ਨੇ ਤੇਰੇ ਸਰੂਪ ਨੂੰ ਪਾ ਲਿਆ, ਭਾਵ ਤੈਨੂੰ ਪ੍ਰਾਪਤ ਕਰ ਲਿਆ। ਮਾਲਕ ਜੀ ਤੂੰ ਥਾਨ ਨਿਰੰਤਰ ਰਵ ਰਹਿਆ, ਨਾਨਕ ਭਗਤਾਂ ਸੱਚ ਆਧਾਰ ਜੀਓ। ਐ ਮਹਾਰਾਜ ਜੀ ਤੂੰ ਅਸਥਾਨਾਂ ਵਿੱਚ ਅਤੇ ਨਿਰੰਤਰ ਕੀਏ ਜਿਹੜੇ ਥਾਵਾਂ ਵਿੱਚ ਹੋਰ ਸਥਾਨ ਨੇ, ਉਹ ਸਥਾਨਾਂ ਤੇ ਅਤੇ ਸਥਾਨਾਂ ਵਿੱਚ ਵਸਣ ਵਾਲੇ ਜੀਵਾਂ ਵਿੱਚ ਵਿਆਪਕ ਹੋ ਰਿਹਾ। ਸਰੀਰਾਂ ਰੂਪੀ ਜੋ ਸਥਾਨ ਹਨ, ਥਾਨ ਨੇ,
ਤਨੰਤਰ ਜੀਵਾਂ ਅੰਦਰ ਭਾਵ ਜੋ ਆਤਮਾ ਦੇ ਵਿੱਚ ਰੱਬ ਰਿਹਾ, ਉਹ ਮਾਲਕ ਵਿਆਪਕ ਹੋ ਰਿਹਾ। ਗੁਰੂ ਮਹਾਰਾਜ ਕਹਿੰਦੇ ਆ ਜੀ, ਐ ਸੱਚੇ ਸਤਿਗੁਰਾ, ਐ ਸੱਚੇ ਪਾਤਸ਼ਾਹ, ਤੇਰੇ ਭਗਤਾਂ ਨੂੰ ਤੇਰਾ ਸੱਚਾ ਆਸਰਾ ਹੈ। ਸੱਚੇ ਨਾਮ ਦੇ ਆਸਰੇ ਤੇਰੇ ਭਗਤ ਜਿਉਂਦੇ ਨੇ, ਜੋ ਤਿੰਨਾਂ ਕਾਲਾਂ ਵਿੱਚ ਨਾਸ ਤੋਂ ਰਹਿਤ ਨੇ, ਜਿਨ੍ਹਾਂ ਦਾ ਜੀਵਨ ਅਮਰ ਹੈ। ਸਰੀਰ ਮਰਦਾ, ਆਤਮਾ ਨਹੀਂ ਮਰਦੀ ਹੁੰਦੀ। ਆਤਮਾ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੀ ਹੈ। ਆਤਮਾ ਨਹੀਂ ਕਦੇ ਮਰਦੀ ਜੀ, ਸਰੀਰ ਹੀ ਮਰਦਾ ਕੇਵਲ। ਉਹ ਤਿੰਨੇ ਕਾਲਾਂ ਦੇ ਵਿੱਚ ਨਾਸ ਤੋਂ ਰਹਿਤ ਹੋ ਜਾਂਦੇ ਨੇ। ਭਾਵ ਆ ਜੋ ਰਜੋ ਤਮੋ ਸਤੋ, ਇਹ ਤਿੰਨ ਗੁਣ ਨੇ। ਤਿੰਨੇ ਕਾਲ ਕਹੀਏ, ਸਾਡਾ ਜੋ ਪਾਸਟ ਲੰਘ ਗਿਆ, ਭੂਤ ਕਾਲ, ਜੋ ਜਿਹਨੂੰ ਅਸੀਂ ਜਿਉਂ ਆਏ, ਜੀਵਨ ਬਤੀਤ ਕਰ ਲਿਆ ਜਿਹੜਾ, ਤੇ ਜਿਹੜਾ ਸਾਡਾ ਹੁਣ ਚੱਲ ਰਿਹਾ ਵਰਤਮਾਨ, ਤੇ ਜਿਹੜਾ ਸਾਡਾ ਆਉਣ ਵਾਲਾ ਭਵਿੱਖ ਹੈ, ਫਿਊਚਰ ਜਿਹਨੂੰ ਆਪਾਂ ਕਹਿੰਦੇ ਆ, ਉਹ ਤਿੰਨੇ ਕਾਲ ਨਾਸ ਤੋਂ ਰਹਿਤ ਨੇ। ਭਾਵ ਆਦ ਸੱਚ ਜੁਗਾ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਆਤਮਾ ਅਮਰ ਹੈ। ਸਿੱਖਾਂ ਨੇ ਕਿਹਾ, ਕਹਿੰਦੇ ਮਹਾਰਾਜ ਕੁਸ਼ਤੀ ਦੀ ਗੱਲ ਨਹੀਂ ਦੱਸੀ ਤੁਸੀਂ ਨੇ। ਵਿਚਾਰ ਚੱਲੀ ਸੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿ ਮਹਾਰਾਜ ਉੱਥੇ ਛਿੰਝ ਪੈ ਰਹੀ ਆ, ਖਾੜਾ ਲੱਗਣਾ ਹੈ, ਭਾਵ ਪਹਿਲਵਾਨਾਂ ਦੇ ਘੋਲ ਹੋਣੇ ਨੇ, ਚੱਲੋ ਕੁਸ਼ਤੀ ਹੋਣੀ ਆ। ਫਿਰ ਸਵਾਲ ਕੀਤਾ ਸਿੱਖਾਂ ਨੇ, ਕਹਿੰਦੇ ਮਹਾਰਾਜ ਕੁਸ਼ਤੀ ਦੀ ਗੱਲ ਤਾਂ ਸੁਣਾਈ ਨਹੀਂ। ਫਿਰ ਮਹਾਰਾਜ ਨੇ ਫਰਮਾਉਣਾ ਕੀਤਾ ਹੈ, ਕਹਿੰਦੇ ਹਉ ਗੁਸਾਈ ਦਾ ਪਹਿਲਵਾਨੜਾ। ਭਾਈ ਹਉ ਕਹੀਏ ਮੈਂ, ਗੁਸਾਈ ਕਹੀਏ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਪਹਿਲਵਾਨੜਾ, ਪਹਿਲਵਾਨ ਬਣਾਇਆ ਹੋਇਆ। ਹਾਂ, ਮੈਂ ਉਸ ਮਾਲਕ ਦਾ ਪਹਿਲਵਾਨ, ਕਿਉਂਕਿ ਮੈਂ ਆਪਣੇ ਆ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਭਾਵ ਕੇ ਜਿਨ ਮਿਲ ਮਾਰੇ ਪੰਜ ਸੂਰ ਵੀਰ, ਐਸੋ ਕੌਣ ਬਲੀ ਰੇ। ਜਿਹੜਾ ਇਹਨਾਂ ਦੀ ਲਪੇਟ ਚ ਕਾਹਦਾ ਬਲੀ ਆ, ਕਾਹਦਾ ਤਕੜੇ ਸਰੀਰ ਦਾ ਮਾਲਕ ਹੈ। ਉਹ ਕਹਿੰਦੇ ਸੀ ਉਹਦੀ ਕਿਰਪਾ ਦੇ ਨਾਲ ਪਹਿਲਵਾਨ ਆ ਮੈਂ। ਆਪਣੇ ਆ ਜਿਹੜੇ ਪੰਜ ਚਿੰਬੜੇ ਆ ਨਾ, ਇਹਨਾਂ ਨੂੰ ਢਾਹ ਲਿਆ ਮੈਂ। ਇਹਨਾਂ ਪੰਜੇ ਮੱਲਾਂ ਨੂੰ ਜਿੱਤ ਲਿਆ ਉਹਨਾਂ ਨੂੰ। ਬੜਾ ਔਖਾ ਜੀ ਜਿੱਤਣਾ। ਬੜਾ ਬੰਦਾ ਇਹਨਾਂ ਦੇ ਵਸ ਹੋ ਕਰਕੇ ਭੈੜੇ ਕਰਮ ਕਰਦਾ, ਪਰ ਜਿਹੜਾ ਜਿੱਤ ਪ੍ਰਾਪਤ ਕਰ ਲੈਂਦਾ ਉਹੀ ਹੈ ਹਉ ਗੁਸਾਈ ਦਾ ਪਹਿਲਵਾਨੜਾ। ਪਹਿਲਵਾਨ ਉਹ ਹੈ ਤਕੜਾ। ਤੇ ਸਤਿਗੁਰ ਕਹਿੰਦੇ ਆ ਜੀ, ਮੈਂ ਗੁਰਮਿਲ ਉੱਚ ਦੁਮਾਲੜਾ। ਕਹਿੰਦੇ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਮਿਲ ਕਰਕੇ ਜਸ ਰੂਪੀ ਉੱਚਾ ਦੁਮਾਲੜਾ ਕਹੀਏ ਜੀ, ਦਸਤਾਰਾ ਸਜਾਇਆ। ਇਥੋਂ ਹੀ ਨਿਹੰਗਾ ਸਿੰਘਾਂ ਨੇ ਦਸਤਾਰ ਦਾ ਨਾਮ ਦੁਮਾਲਾ ਰੱਖਿਆ। ਦੁਮਾਲੜਾ ਕਹੀਏ ਜੀ, ਸਮਲਾ ਦਸਤਾਰ ਸਾਫੇ ਦਾ ਲਟਕਦਾ ਹੋਇਆ ਸਿਰਾ, ਕਲੰਗੀ ਦੀ ਤਰ੍ਹਾਂ ਸਿਰ ਉੱਪਰ ਠਹਿਰਾਉਣ ਵਾਲਾ ਦਸਤਾਰ ਦਾ ਚਿੱਲਾ, ਸਾਫੇ ਦਾ ਲੜ, ਉਪਰਾਈ। ਇਹ ਜੋ ਪੰਗਤੀ ਪ੍ਰਕਰਨ ਅਨੁਸਾਰ ਮੱਲ ਅਖਾੜੇ ਵਿੱਚ ਜੋ ਪਹਿਲਵਾਨ ਫਤਿਹ ਪਾਉਂਦਾ ਹੈ ਉਹਨੂੰ ਸਰਬੰਧ ਮਿਲਦਾ ਹੈ, ਜਿਹਦਾ ਉੱਚਾ ਲੜ ਤੁਰਲੇ ਦੀ ਤਰ੍ਹਾਂ ਸਿਰ ਉੱਤੇ ਫਹਿਰਾ ਕੇ ਉਹ ਸਭ ਨੂੰ ਆਪਣੀ ਫਤਿਹ ਪ੍ਰਗਟ ਕਰਦਾ ਹੈ। ਐਸੇ ਹੀ ਕਾਮਾਦਿਕ ਵਿਕਾਰ ਪਛਾੜਨ ਪੁਰ ਗੁਰੂ ਸਾਹਿਬ ਜੀ ਨੇ ਆਪਣੇ ਸੇਵਕ ਨੂੰ ਖਿੱਲੜ ਬਖਸ਼ੇ ਹੈ ਮਹਾਨ ਕੋਸ਼ ਦੇ ਵਿੱਚ। ਇਹ ਬਚਨ ਨੇ, ਭਾਵ ਸਤਿਕਾਰ ਦੇ ਨਾਲ ਉਹਨਾਂ ਨੂੰ ਫਿਰ ਉਹ ਫਰਲੇ ਵਾਲਾ ਦਮਾਲਾ ਦਸਤਾਰਾ ਕਹੀਏ, ਉਹ ਸਾਫਾ ਕਹੀਏ, ਸਜਾਇਆ ਜਾਂਦਾ ਸਿਰ ਤੇ ਦੁਮਾਲੇ ਵਾਲਾ ਫਰਲਾ ਹੁੰਦਾ ਤੇ ਉੱਚਾ ਹੁੰਦਾ। ਕਹਿੰਦੇ ਮੈਂ ਪੂਰੇ ਗੁਰਾਂ ਨਾਲ ਮਿਲ ਕੇ ਤਿੰਨੇ ਲੋਕਾਂ ਦੇ ਵਿੱਚ ਦਮਾਲੜਾ ਦਵੈਤ ਨੂੰ ਮਲਣ ਵਾਲਾ ਦਮਾਲਾ
ਸਜਾਉਣਾ, ਬੜਾ ਵੇਖ ਰਹੇ ਆਪਾਂ ਦੁਨੀਆ 'ਚ ਬੜੇ ਸਜਾਉਂਦੇ ਆ ਜੀ, ਬੜਾ ਇੱਕ ਤਰ੍ਹਾਂ ਦਾ ਕਈਆਂ ਨੇ ਫੈਸ਼ਨ ਬਣਾ ਲਿਆ। ਦਮਾਲਾ ਹੁੰਦਾ ਕੀ ਹੈ? ਭਾਵ ਅਰਥ ਬੜੇ ਡੂੰਘੇ ਆ ਜੀ। ਜੇ ਆਪਾਂ ਵਿਚਾਰੀਏ, ਦੁਮਾਲੜਾ ਦੂ ਮਾਲੜਾ ਕਹੀਏ, ਦਵੈਤ ਨੂੰ ਮਲਣ ਵਾਲਾ, ਭਗਤੀ ਰੂਪੀ ਦਸਤਾਰਾ ਸਜਾਇਆ। ਦਵੈਸ਼ ਭਾਵਨਾ ਜਿਹੜੀ ਆ ਉਹ ਖਤਮ ਹੋ ਜਾਣੀ, ਉਹ ਦਮਾਲੜਾ ਹੈ। ਭਾਵ ਮੈਂ ਗੁਰਾਂ ਦੀ ਸੰਗਤ ਕਰਕੇ ਸ੍ਰੇਸ਼ਟ ਗੁਰਤਾ ਗੱਦੀ ਰੂਪੀ ਪਦਵੀ ਭਾਵ ਦੁਮਾਲੜਾ ਸਾਜਿਆ ਹੋਇਆ। ਗੁਰੂ ਅਰਜਨ ਦੇਵ ਜੀ ਕਹਿੰਦੇ, ਤੇ ਸਭ ਹੋਈ ਛਿੰਝ ਇਕੱਠੀਆ, ਦਈਓ ਬੈਠਾ ਵੇਖੈ ਆਪ ਜੀਓ। ਕਹਿੰਦੇ ਜਿਵੇਂ ਬਹੁਤ ਸਾਰੀ ਲੋਕਾਂ ਦੀ ਭੀੜ ਜਿਹੜੀ ਹੈ, ਛਿੰਝ ਕਹੀਏ, ਮੱਲ ਅਖਾੜੇ ਵਿੱਚ ਪਹਿਲਵਾਨਾਂ ਦੀ ਕੁਸ਼ਤੀ ਦੇਖਣ ਲਈ ਇਕੱਠੀ ਹੋਈ ਹੈ ਲੋਕਾਂ ਦੀ ਭੀੜ। ਇਸੇ ਪ੍ਰਕਾਰ ਸਾਰੀ ਸ੍ਰਿਸ਼ਟੀ ਰੂਪੀ ਅਖਾੜੇ ਦੇ ਵਿੱਚ ਗੁਰਮੁਖ ਤੇ ਮਨਮੁਖ ਰੂਪ ਪਹਿਲਵਾਨਾਂ ਦੀ ਇਕੱਤਰਤਾ ਹੋਈ ਹੈ। ਇਸ ਸ੍ਰਿਸ਼ਟੀ ਦੀ ਸਿੰਝ ਨੂੰ ਪਵਾਉਣ ਵਾਲਾ, ਦਈਓ ਕਹੀਏ ਪ੍ਰੇਰਕ, ਪਰਮਾਤਮਾ ਆਪ ਹੀ ਘਟਾਂ ਘਟਾਂ ਦੇ ਵਿੱਚ ਬੈਠਿਆ ਹੋਇਆ, ਵੇਖ ਰਿਹਾ। ਜਿਵੇਂ ਕੁਸ਼ਤੀ ਵਿੱਚ ਪਹਿਲਵਾਨ ਇੱਕ ਦੂਜੇ ਨੂੰ ਢਾਹ ਲੈਂਦੇ ਆ, ਇਸੇ ਤਰ੍ਹਾਂ ਕਈਆਂ ਨੂੰ ਕਾਮ ਢਾਹ ਲੈਂਦਾ, ਕਈਆਂ ਨੂੰ ਕ੍ਰੋਧ ਢਾਹ ਲੈਂਦਾ, ਕਈਆਂ ਨੂੰ ਲੋਭ ਢਾਹ ਲੈਂਦਾ, ਮੋਹ ਢਾਹ ਲੈਂਦਾ, ਹੰਕਾਰ ਢਾਹ ਲੈਂਦੀ ਹੈ, ਈਰਖਾ ਇਹ ਢਾਹ ਲੈਂਦੇ ਨੇ। ਦਵੈਤ ਅੰਦਰੋਂ ਖਤਮ ਹੋਣੀ ਸੌਖੀ ਨਹੀਂ, ਈਰਖਾ ਖਤਮ ਹੋਣੀ ਸੌਖੀ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਮਰ ਜਾਣਾ, ਅੰਦਰੋਂ ਖਤਮ ਹੋ ਜਾਣਾ ਸੌਖਾ ਨਹੀਂਗਾ। ਇਹ ਉਹ ਕਿਰਪਾ ਕਰੇ ਮਾਲਕ, ਬੰਦਾ ਬਚ ਸਕਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਕਹਿੰਦੇ ਆ ਜੀ ਕਿ ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਨਹੀਂ ਮਿਟਦਾ ਦਾ ਮਾਨ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਉਹ ਕਹਿੰਦੇ ਫਿਰ ਕਈਆਂ ਨੂੰ ਕਾਮ ਢਾਉਂਦਾ, ਕ੍ਰੋਧ ਢਾਉਂਦਾ, ਹੰਕਾਰ ਢਾਉਂਦਾ, ਕਈ ਢਹਿ ਜਾਂਦੇ ਨੇ, ਕਈ ਜਿੱਤ ਪ੍ਰਾਪਤ ਕਰ ਜਾਂਦੇ ਆ। ਕਈਆਂ ਨੇ ਇਹਨਾਂ ਉਗਣਾ ਨੂੰ ਜਿੱਤ ਲਿਆ। ਇਉਂ ਵਾਹਿਗੁਰੂ ਆਪ ਹੀ ਸਾਰਿਆਂ ਦੇ ਅੰਦਰ ਇਹ ਵੇਖ ਰਿਹਾ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ। ਉਹ ਵੇਖਦਾ ਹੈ ਪਰ ਸਾਨੂੰ ਨਹੀਂ ਉਹ ਦਿੰਦਾ। ਫਿਰ ਕਹਿੰਦੇ ਮਹਾਰਾਜ, ਪ੍ਰਤੱਖ ਸਿੰਝ ਦੇ ਵਿੱਚ ਤਾਂ ਟਮਕ ਤੇ ਭੇਰੀਆਂ ਆਦਿ ਨਗਾਰੇ ਵੱਜਦੇ ਨੇ। ਇਸ ਸ੍ਰਿਸ਼ਟੀ ਰੂਪੀ ਸਿੰਝ ਦੇ ਵਿੱਚ ਟਮਕ ਤੇ ਭੇਰੀਆਂ ਕਿਹੜੀਆਂ ਨੇ? ਹੈ ਦੁਨਿਆਵੀ ਦ੍ਰਿਸ਼, ਦੁਨਿਆਵੀ ਸਿੰਝ ਪੈਣੀ, ਅਖਾੜਾ ਲੱਗਣਾ ਪਹਿਲਵਾਨਾਂ ਦਾ, ਉਹਦੇ ਵਿੱਚ ਜੋ ਜੋ ਵੀ ਹੁੰਦਾ ਹੈ ਉਸ ਦੁਆਰਾ ਮਹਾਰਾਜ ਉਹਦੀ ਉਦਾਹਰਣ ਦੇ ਕੇ ਉਸ ਅਕਾਲ ਪੁਰਖ ਪਰਮੇਸ਼ਰ ਦਾ ਬੋਧ ਕਰਾਉਂਦੇ ਨੇ ਕਿ ਸੌਖਾ ਜੇ। ਜਿਵੇਂ ਆਰਤੀ ਹੋ ਰਹੀ ਆ ਨਾ, ਆਰਤੀ, ਚੰਦ ਸੂਰਜ ਦੀਵੇ ਨੇ, ਕੈਸੀ ਆਰਤੀ ਹੋਏ ਪਵਖੰਡਨਾ ਤੇਰੀ, ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ, ਤਾਰਕਾ ਮੰਡਲ ਜਨਕ ਮੋਤੀ। ਇਹ ਸਾਰੀ ਸ੍ਰਿਸ਼ਟੀ, ਪ੍ਰਿਥਵੀ, ਚੰਦ, ਸੂਰਜ, ਤਾਰੇ ਸਭ ਉਸ ਮਾਲਕ ਦੀ ਆਰਤੀ ਕਰਦੇ ਨੇ। ਆ ਧਰਤੀ, ਗਗਨ, ਸਭ ਕੁਛ। ਆ ਛੋਟਾ ਜਿਹਾ ਥਾਲ ਰੱਖ ਕੇ ਕਾਹਦੀ ਆਰਤੀ? ਉਹਦੇ ਭੇਦਾਂ ਨੂੰ ਸਮਝੀਏ। ਭਾਵ ਇਹ ਜੋ ਭੇਦ ਨੇ, ਠੀਕ ਹੈ, ਵਧੀਆ, ਆਪੋ ਆਪਣਾ ਇਸ਼ਟ ਹੈ। ਗਲਤ ਹੈ ਵੀ ਆ ਜਿੰਨਾ ਵੀ ਸੰਸਾਰਿਕ ਢਾਂਚਾ ਹੈ ਦੁਨੀਆ, ਹਰ ਇੱਕ ਚੀਜ਼ ਸਾਨੂੰ ਰੱਬ ਦਾ ਬੋਧ ਕਰਾਉਂਦੀ ਹੈ। ਹਰ ਇੱਕ ਚੀਜ਼ ਉਹਦੀ ਹੋਂਦ ਤੋਂ ਬਿਨਾਂ ਕੁਛ ਹੈ ਹੀ ਨਹੀਂ। ਉਹ ਫਿਰ ਕਹਿੰਦੇ ਮਹਾਰਾਜ, ਇਹ ਢਮਕ ਤੇ ਭੇਰੀਆਂ ਕਿਹੜੀਆਂ ਨੇ? ਕਿਹੜੇ ਨਗਾਰੇ ਨੇ? ਇਹ ਕੀ ਨੇ? ਬਾਤ ਵੱਜਣ ਟਮਕ ਭੇਰੀਆਂ। ਕਹਿੰਦੇ ਭਾਈ, ਜੋ ਜੀਵ ਬਾਤ ਕਹੀਏ ਮੁਖ ਦੁਆਰਾ ਬਚਨ ਬੋਲ ਰਹੇ ਨੇ, ਇਹੋ ਹੀ ਟਮਕ ਕਹੀਏ ਛੋਟੇ ਨਗਾਰੇ, ਭੇਰੀਆਂ ਕਹੀਏ ਵੱਡੇ ਨਗਾਰੇ ਵੱਜ ਰਹੇ ਨੇ।
ਜਿਹੜੇ ਮਾਂ ਵਾਕ ਜੀਵ ਅਤੇ ਈਸ ਦੇ ਸਰੂਪ ਦੀ ਏਕਤਾ ਕਰਾਉਂਦੇ ਨੇ, ਉਹ ਭੇਰੀਆਂ ਵੱਡੇ ਨਗਾਰੇ ਜੋ ਜੀਵ ਅਤੇ ਈਸ ਦੇ ਰੂਪ ਨੂੰ ਵੱਖੋ ਵੱਖਰਾ ਦੱਸ ਸਕੇ, ਆਤਮਾ ਰੂਪ ਸਰੂਪ ਦੇ ਤਾਈ ਈਸ਼ਰ ਦੇ ਸਰੂਪ ਦਾ ਚਿੰਤਨ ਜੀਵ ਨੂੰ ਮਾਇਆ ਦਾ ਸਰੂਪ ਸਹਿਤ ਵਿਖਿਆਨ ਜਿਹੜੇ ਕਰਦੇ ਨੇ, ਈਸ਼ਵਰ ਨੂੰ ਈਸ਼ਵਰ ਦਾ ਤਤ ਪਦ ਅਤੇ ਜੀਵ ਦਾ ਤਵੈ ਪਦ ਜੋ ਕਥਨ ਕਰਦੇ ਨੇ, ਜਿਹੜੇ ਇਸ ਪ੍ਰਕਾਰ ਦੇ ਵਾਕ ਨੇ, ਇਹਨਾਂ ਨੂੰ ਕਹਿੰਦੇ ਤੜਸਤੀ ਵਾਕ ਕਹਿੰਦੇ ਨੇ। ਇਉਂ ਇਹ ਛੋਟੀਆਂ ਭੇਰੀਆਂ ਨੇ, ਤੜਸਤੀ ਵਾਕ ਦੀ ਹੁੰਦੇ ਨੇ। ਉਹ ਕਹਿੰਦੇ ਜਿਹੜੇ ਵਾਕ ਕਦੇ ਹੋਣ ਕਦੇ ਨਾ ਹੋਣ, ਉਹ ਤੜਸਤੀ ਵਾਕ ਹੁੰਦੇ ਆ, ਜਿਹੜੇ ਸਰੂਪ ਦੀ ਸਖਿਆਤਤਾ ਕਰਨ ਵਾਲੇ ਹਨ, ਉਹਨਾਂ ਨੂੰ ਮਹਾਵਾਕ ਵੱਡੀਆਂ ਵੱਡੀਆਂ ਭੇਰੀਆਂ ਕਿਹਾ ਜਾਂਦਾ ਹੈ, ਲੋਕਾਂ ਦਾ ਬੋਲਣਾ। ਇਸ ਤਰ੍ਹਾਂ ਜਿਹੜੇ ਅਵਾਂਤਰ ਵਾਕ ਜੀਵ ਅਤੇ ਈਸ ਨੂੰ ਭਿੰਨ ਭਿੰਨ ਦਰਸਾਉਣ ਵਾਲੇ ਛੋਟੀਆਂ ਭੇਰੀਆਂ ਨੇ, ਤਤ ਪਦ ਤਵੈ ਪਦ ਵਿੱਚ ਭਾਵ ਜੀਵ ਅਤੇ ਈਸ ਦੋਹਾਂ ਦੀ ਏਕਤਾ ਕਰਾਉਣ ਵਾਲੇ ਵੱਡੇ ਦਮਾਮਿਆਂ ਦੀ ਨਿਆਈ ਇਹ ਵੱਜਣ ਵਾਲੇ ਨੇ। ਮਲ ਨੱਥੇ ਲੈਂਦੇ ਫੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਜਿਸ ਪ੍ਰਕਾਰ ਪਹਿਲਵਾਨ ਬਸਤਰ ਲਾ ਕੇ ਖਾੜੇ ਵਾਲੀ ਜਗ੍ਹਾ ਵਿੱਚ ਖੜ ਜਾਂਦੇ ਆ ਅਤੇ ਖਾੜੇ ਵਿੱਚ ਕੁਸ਼ਤੀ ਕਰਨ ਵਾਸਤੇ ਫੇਰੀਆਂ ਪਾਉਣ ਲੱਗ ਜਾਂਦੇ ਆ, ਗੇੜੇ ਦਿੰਦੇ ਆ, ਉਹ ਇਸੇ ਪ੍ਰਕਾਰ ਗੁਰਮੁਖ ਤੇ ਮਨਮੁਖ ਰੂਪ ਪਹਿਲਵਾਨ ਜਿਹੜੇ ਨੇ, ਮੱਲ ਜਿਹੜੇ ਨੇ, ਸੰਸਾਰ ਰੂਪੀ ਖਾੜੇ ਵਿੱਚ ਉਤਰੇ ਹੋਏ ਨੇ, ਫੇਰੀਆਂ ਲੈਂਦੇ ਨੇ। ਗੁਰਮੁਖ ਜਨ ਸੰਸਾਰ ਵੱਲੋਂ ਸਤਸੰਗਤ ਦੁਆਰਾ ਮਨ ਨੂੰ ਫੇਰ ਕੇ ਵਾਹਿਗੁਰੂ ਵੱਲ ਲਾ ਲੈਂਦੇ ਨੇ, ਅਤੇ ਮਨਮੁਖ ਜਿਹੜੇ ਨੇ ਕੁਸੰਗਤ ਵਿੱਚ ਲੱਗਣ ਕਰਕੇ ਜੂਨਾਂ ਵਿੱਚ ਫੇਰੀਆਂ ਲੈਂਦੇ ਨੇ, ਭਾਵ ਚੱਕਰ ਹੀ ਕੱਢਦੇ ਰਹਿੰਦੇ ਨੇ। ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਉਹ ਕਹਿੰਦੇ ਜਦੋਂ ਗੁਰੂ ਨੇ ਮੇਰੀ ਬੁੱਧ ਰੂਪੀ ਕੰਡ ਕਹੀਏ ਪਿੱਠ ਉੱਤੇ ਕਿਰਪਾ ਰੂਪੀ ਥਾਪੀ ਦੇ ਦਿੱਤੀ, ਉਸ ਵੇਲੇ ਮੈਂ ਪੰਜੇ ਕਾਮ ਜਿਹੜੇ ਨੇ, ਆਪ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਜਵਾਨਾਂ ਨੂੰ ਨਿਹਤੇ ਕਹੀਏ ਕਾਬੂ ਕਰ ਲਿਆ। ਪੰਜੇ ਕਾਮ ਆਦਿਕ ਜਿਹੜੇ ਇਹ ਜਵਾਨ ਨੇ, ਹਰ ਟਾਈਮ ਬੰਦਾ ਬੁੱਢਾ ਵੀ ਹੋ ਜਾਏ ਨਾ, ਇਹਨਾਂ ਦਾ ਜ਼ੋਰ ਨਹੀਂ ਘਟਦਾ, ਐਨੇ ਬਲੀ ਨੇ। ਉਹ ਕਹਿੰਦੇ ਇਹਨਾਂ ਜਵਾਨਾਂ ਨੂੰ ਸਮਦਮ ਰੂਪੀ ਰੱਸਿਆਂ ਨਾਲ ਨਿੱਤੇ ਕਹੀਏ ਨਰੜ ਕੇ ਬੰਨ ਕੇ ਰੱਖ ਲਿਆ, ਭਾਵ ਪੰਜ ਜਵਾਨਾਂ ਨੂੰ ਢਾ ਲਿਆ। ਤਾਂ ਗੁਰੂ ਸਾਹਿਬ ਨੇ ਮੇਰੀ ਬੁੱਧ ਰੂਪੀ ਪਿੱਠ ਉੱਤੇ ਭਗਤੀ ਰੂਪੀ ਗੁਰਤਾ ਗੱਦੀ ਰੂਪੀ ਥਾਪੀ ਦਿੱਤੀ ਹੈ ਕਿ ਤੁਸੀਂ ਮੇਰਾ ਹੀ ਸਰੂਪ ਹੋ। ਜਿਹੜਾ ਤਾਕਤ ਵਾਲਾ ਬਲਦ ਦੂਸਰੇ ਕਮਜ਼ੋਰ ਬਲਦ ਨੂੰ ਅੱਗੇ ਨਾ ਵਧਣ ਦੇਵੇ, ਤਾਂ ਉਸ ਨੂੰ ਜੂਲੇ ਦੇ ਨਾਲ ਨਰੜ ਦੇਣ ਨੂੰ ਨੇਤਾ ਕਹਿੰਦੇ ਆ ਜੀ, ਨੇਤਾ। ਉੱਥੇ ਐਸਾ ਗਿਆਨ ਜਿਹੜਾ ਨਾ ਪ੍ਰੇਮੀਓ, ਗੁਰੂ ਦੀ ਬਾਣੀ ਦੁਆਰਾ ਹੀ ਆਏਗਾ। ਜੇ ਸਾਡੇ ਕੋਲ ਹੈ ਭਾਵ ਪਰਮੇਸ਼ਰ ਦਿੱਤਾ ਬੰਨਾ, ਉੱਥੇ ਫਿਰ ਸਭ ਕੁਛ ਦੁੱਖ ਰੋਗ ਕਾ ਡੇਰਾ ਭੰਨਾ। ਆਹ ਚੀਜ਼ਾਂ ਦੁੱਖ ਸੁੱਖ ਦੇ ਜਿਹੜੇ ਅੰਦਰ ਕਾਰਨ ਬਣਦੇ ਨੇ, ਸਗਲ ਦੁੱਖ ਕਾਰਨ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦਾ ਜਿਹੜਾ ਕਾਰਨ ਬਣਦਾ ਉਹ ਕਾਬੂ ਕਰ ਲਿਆ ਜਾਂਦਾ ਗੁਰੂ ਦੀ ਬਾਣੀ ਦੁਆਰਾ, ਗੁਰੂ ਦੇ ਗਿਆਨ ਦੁਆਰਾ। ਸੋ ਯਤਨ ਹੋਵੇ ਭਾਈ, ਜੀਵਨ ਮਿਲਿਆ, ਇਹਨੂੰ ਹਾਰੀਏ ਨਾ, ਜਿੱਤੀਏ। ਇਹ ਨਾ ਹੋਵੇ ਕਿ ਮਨਮੁਖ ਬਣ ਕੇ ਜੀਵਨ ਦੀ ਬਾਜੀ ਹਾਰ ਜੀਏ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਗੁਰਮੁਖ ਲਾਹਾ ਲੈ ਜਾਂਦੇ ਨੇ ਪਹਿਲਵਾਨ ਜਿਹੜੇ ਬਣ ਗਏ। ਬਾਕੀ ਜਿਹੜੇ ਮਨਮੁਖ ਨੇ ਉਹ ਏਦਾਂ ਹੀ ਖਾੜਿਆਂ ਦੇ ਵਿੱਚ, ਸਿੰਘਾਂ ਦੇ ਵਿੱਚ ਗੇੜੀ ਦਿੰਦੇ ਰਹਿੰਦੇ ਨੇ, ਗੇੜੇ ਦੇ ਕੇ ਹੀ ਆਪਣਾ ਜੀਵਨ ਹਾਰ ਕੇ ਤੁਰ ਜਾਂਦੇ ਨੇ। ਆਓ ਜੀ ਪੁੱਲਾਂ ਤੋਂ